ਕਹਾਣੀ ਔਰਤ ਅਤੇ ਸਮਾਜ। ਮੈਂ ਜਦ ਕੰਮ ਕਰਕੇ ਵਿਹਲੀ ਹੁੰਦੀ ਸੀ ਤਾਂ ਅਕਸਰ ਹੀ ਚਾਚਾ ਜੀ ਘਰ ਚਲੀ ਜਾਂਦੀ ਸੀ, ਕਿਉਂਕਿ ਚਾਚਾ ਜੀ ਦੀ ਨੂੰਹ ਅਤੇ ਮੇਰੇ ਵਿੱਚ ਬਹੁਤ ਲਗਾਅ ਸੀ। ਰਿਸ਼ਤੇ ਵਿੱਚ ਬੇਸ਼ੱਕ ਮੈਂ ਵੱਡੀ ਸੀ, ਪਰ ਅਸੀਂ ਹਮੇਸ਼ਾ ਹੀ ਭੈਣਾਂ ਵਾਂਗੂ ਹੀ ਰਹੀਆਂ। ਸਾਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਸੀ ਕਿ ਅਸੀਂ ਭੈਣਾਂ ਨਹੀਂ, ਦਰਾਣੀ ਜਠਾਣੀ ਹਾਂ। ਮੇਰੀ ਦਰਾਣੀ ਦਾ ਨਾਮ ਪਰਮ ਸੀ। ਪਰਮ ਸਰਕਾਰੀ ਅਧਿਆਪਕ ਹੋਣ ਕਰਕੇ ਬਹੁਤ ਸਮਝਦਾਰ ਅਤੇ ਸੁਲਝੀ ਹੋਈ ਔਰਤ ਸੀ। ਮੇਰੀ ਚਾਚੀ ਸੱਸ ਦਾ ਸੁਭਾਅ ਬਹੁਤ ਕੱਬਾ ਸੀ। ਪਰਮ ਜਦ ਤੋਂ ਵਿਆਹੀ ਆਈ ਸੀ, ਚਾਚੀ ਨੇ ਕਦੇ ਕੰਮ ਦਾ ਡੱਕਾ ਨਹੀਂ ਤੋੜਿਆ ਸੀ। ਸਕੂਲ ਜਾਣ ਤੋਂ ਪਹਿਲਾਂ ਸਾਰਾ ਕੰਮ ਕਰਕੇ ਜਾਂਦੀ ਅਤੇ ਵਾਪਸ ਆ ਕੇ ਫੇਰ ਕਰਦੀ, ਪਰ ਸਾਰੇ ਪਰਿਵਾਰ ਨੇ ਕਦੇ ਵੀ ਉਸ ਦੇ ਕੰਮ ਦਾ ਗੁਣ ਨਹੀਂ ਪਾਇਆ ਸੀ। ਸਗੋਂ ਉਸ ਨੂੰ ਹਮੇਸ਼ਾ ਸੁਣਾਉਂਦੇ ਹੀ ਸੀ ਕਿ ਤੇਰਾ ਰਿਸ਼ਤਾ ਸਿਰਫ ਨੌਕਰੀ ਦੇਖ ਕੇ ਲਿਆ ਹੈ, ਤੇਰਾ ਰੰਗ ਪੱਕਾ ਹੋਣ ਕਰਕੇ ਜੱਚਦੀ ਨਹੀਂ ਸਾਡੇ ਨਾਲ। ਮੈਨੂੰ ਪਰਮ ਨਾਲ ਇਹ ਸਲੂਕ ਹੁੰਦਾ ਦੇਖ ਗੁੱਸਾ ਤਾਂ ਆਉਂਦਾ ਸੀ, ਪਰ ਮੈਂ ਚਾਹ ਕੇ ਵੀ ਕੁਝ ਨਹੀਂ ਕਰ ਸਕਦੀ ਸੀ, ਕਿਉਂਕਿ ਪਰਮ ਦਾ ਪਤੀ ਵੀ ਸਿਰੇ ਦਾ ਨਸ਼ੇੜੀ ਅਤੇ ਵਿਹਲੜ ਇਨਸਾਨ ਸੀ। ਰਿਸ਼ਤੇ 'ਚ ਭਾਵੇਂ ਮੇਰਾ ਦਿਓਰ ਹੀ ਲੱਗਦਾ ਸੀ, ਪਰ ਉਸ ਦਾ ਨਾਮ ਸੁਣ ਕੇ ਵੀ ਮੇਰਾ ਖੂਨ ਖੋਲਦਾ ਸੀ। ਕੋਈ ਇਨਸਾਨ ਇੰਨਾ ਪੱਥਰ ਦਿਲ ਕਿੱਦਾਂ ਹੋ ਸਕਦਾ ਹੈ। ਸ਼ਾਮ ਸਮੇਂ ਇੱਕ ਦਿਨ ਮੈਂ ਕਿਸੇ ਕੰਮ ਪਰਮ ਕੋਲ ਗਈ ਤਾਂ ਮੈਂ ਦੇਖਿਆ ਕਿ ਚਾਚੀ ਆਪਣੀ ਪੋਤੀ ਨੂੰ ਝਿੜਕੀ ਜਾਵੇ। ਜਦ ਮੈਂ ਪੁੱਛਿਆ ਤਾਂ ਖਿੱਝ ਕੇ ਕਹਿੰਦੀ, ਪੱਥਰ ਮੱਥੇ ਮਾਰਿਆ ਰੱਬ ਨੇ, ਸਾਰਾ ਦਿਨ ਉੱਤੇ ਨੱਚਦੀ ਰਹਿੰਦੀ ਹੈ। ਫਿਰ ਮੈਂ ਘਰ ਆ ਗਈ। ਰਾਤ ਨੂੰ ਮੇਰਾ ਧਿਆਨ ਮੇਰੇ ਬਚਪਨ ਵਿੱਚ ਚਲਾ ਗਿਆ ਕਿ ਕਿੱਦਾਂ ਪਹਿਲਾਂ ਦਾਦੀ ਮੇਰਾ ਹਰ ਖਿਡੌਣਾ ਵੀਰੇ ਨੂੰ ਖੇਡਣ ਲਈ ਦਿੰਦੀ ਸੀ, ਤੇ ਫਿਰ ਜਦ ਮਾਂ ਨੇ ਮੈਨੂੰ ਪੜ੍ਹਾਉਣ ਲਈ ਕਿਹਾ ਤਾਂ ਦਾਦੀ ਨੇ ਬਹੁਤ ਕਲੇਸ਼ ਪਾਇਆ ਕਿ ਕੁੜੀਆ ਕੀ ਕਰਨਾ ਪੜ੍ਹਾ ਕੇ, ਪਰ ਪਾਪਾ ਦੇ ਕਹਿਣ ਤੇ ਪਿੰਡ ਦੇ ਸਕੂਲ ਵਿੱਚ ਪੜ੍ਹਨ ਲਗਾ ਦਿੱਤਾ। ਉਹ ਸਕੂਲ 10ਵੀਂ ਤੱਕ ਹੀ ਸੀ। 10ਵੀਂ ਤੋਂ ਮਗਰੋਂ ਦਾਦੀ ਨੇ ਪੜ੍ਹਨ ਨਹੀਂ ਦਿੱਤਾ, ਕਿਉਂਕਿ ਦਾਦੀ ਨੇ ਮੈਨੂੰ ਦਰੀਆਂ ਖੇਸ ਬਣਾਉਣ ਅਤੇ ਘਰ ਦਾ ਕੰਮ ਕਰਨ ਲਗਾ ਦਿੱਤਾ ਸੀ। ਬਚਪਨ ਬਾਰੇ ਸੋਚਦੀ ਮੇਰੀ ਅੱਖ ਲੱਗ ਗਈ। ਕੁਝ ਦਿਨ ਗੁਜ਼ਰੇ ਸੀ ਕਿ ਚਾਚੀ ਜੀ ਸਾਡੇ ਘਰ ਆਏ। ਬੈਠੇ ਬੈਠੇ ਸੂਟਾਂ ਰਿਵਾਜਾਂ ਦੀ ਗੱਲ ਤੁਰ ਪਈ। ਚਾਚੀ ਨੇ ਪਰਮ ਦੇ ਕੱਪੜਿਆਂ ਉੱਪਰ ਟਿੱਪਣੀ ਕਰਦੇ ਕਿਹਾ ਕਿ ਲੋਕ ਗੱਲਾਂ ਕਰਦੇ ਜਦ ਸਕੂਲ ਪਲਾਜੇ ਜਾਂ ਪਜਾਮੀਆਂ ਪਾ ਜਾਂਦੀ ਹੈ। ਮੈਂ ਸਹਿ ਸੁਭਾਅ ਹੀ ਕਹਿ ਦਿੱਤਾ, ਚਾਚੀ ਜੀ ਦੀਦੀ ਵੀ ਤਾਂ ਸਕੂਲ ਪਲਾਜੇ ਵਗੈਰਾ ਪਾ ਕੇ ਜਾਂਦੇ ਐ ਅਤੇ ਇੱਥੇ ਵੀ ਪਾ ਕੇ ਆਉਂਦੇ ਐ, ਉਹਨਾਂ ਨੂੰ ਨਹੀਂ ਕੋਈ ਗੱਲਾਂ ਕਰਦਾ। ਚਾਚੀ ਦਾ ਜਵਾਬ ਸੁਣ ਮੈਂ ਹੈਰਾਨ ਰਹਿ ਗਈ। ਚਾਚੀ ਬੋਲੀ, ਉਹ ਧੀ ਹੈ ਅਤੇ ਹੁਣ ਆਪਣੇ ਘਰ ਚਲੀ ਗਈ, ਜੋ ਮਰਜ਼ੀ ਪਾਵੇ। ਚਾਚੀ ਕਹਿੰਦੀ, ਲੋਕ ਵਿਆਹ ਤੋਂ ਬਾਅਦ ਧੀਆਂ ਦੇ ਪਹਿਰਾਵੇ ਨਹੀਂ, ਨੂੰਹ ਦਾ ਪਹਿਰਾਵਾ ਦੇਖਦੇ ਹੈ। ਚਾਚੀ ਨੂੰ ਪੁੱਛਣ ਵਾਲੀ ਗੱਲ ਸੀ ਕਿ ਤੇਰੀ ਧੀ ਕਿਸੇ ਦੀ ਨੂੰਹ ਨਹੀਂ, ਕਿ ਉਸ ਦੇ ਪਿੰਡ ਵਾਲੇ ਨਾ ਗੱਲ ਕਰਦੇ ਹੋਣਗੇ ਉਸ ਦੇ ਕੱਪੜਿਆਂ ਬਾਰੇ। ਸਾਰੀਆਂ ਕਮੀਆਂ ਨੂੰਹਾਂ ਦੇ ਵਿੱਚ ਹੀ ਕਿਉਂ ਦੇਖੀਆਂ ਜਾਂਦੀਆਂ ਨੇ। ਮੈਨੂੰ ਆਪਣੇ ਵਿਆਹ ਤੋਂ ਪਹਿਲਾਂ ਦਾ ਸਮਾਂ ਯਾਦ ਆ ਗਿਆ ਕਿ ਜਦ ਮੈਂ ਕੁਛ ਮੰਗਣਾ ਤਾਂ ਦਾਦੀ ਦਾ ਇੱਕ ਟੁੱਕ ਜਵਾਬ ਹੁੰਦਾ ਕਿ ਕੁਆਰੇ ਹੁੰਦੇ ਆ ਕੁਛ ਨਹੀਂ ਕਰੀਦਾ, ਜਦ ਵਿਆਹੀ ਗਈ ਜੋ ਮਰਜ਼ੀ ਕਰੀ। ਪਰ ਜਦ ਵਿਆਹ ਹੋਇਆ ਤਾਂ ਪੌਣ ਹੰਡਾਉਣ ਦੀ ਆਜ਼ਾਦੀ ਕੀ ਮਿਲਣੀ ਸੀ। ਸਗੋਂ ਉੱਠਣਾ ਬੈਠਣਾ ਖਾਣਾ ਪੀਣਾ ਸਭ ਕੁਝ ਹੀ ਬਗਾਨੇ ਵੱਸ ਪੈ ਗਿਆ ਸੀ, ਜਿਸ ਦਾ ਕਹਿਣਾ ਸੀ ਕਿ ਮੇਰੀ ਮਰਜ਼ੀ ਬਿਨਾਂ ਤੂੰ ਇਸ ਘਰ ਵਿੱਚ ਕੋਈ ਕੰਮ ਨਹੀਂ ਕਰਨਾ। ਪਹਿਲਾਂ ਮੈਨੂੰ ਲੱਗਦਾ ਸੀ ਕਿ ਪਰਮ ਖੁਦ ਕਮਾਉਂਦੀ ਹੋਣ ਕਰਕੇ ਉਸ ਨੂੰ ਆਜ਼ਾਦੀ ਹੋਣੀ ਜ਼ਿੰਦਗੀ ਜਿਉਣ ਦੀ, ਪਰ ਚਾਚੀ ਦੀਆਂ ਗੱਲਾਂ ਤੋਂ ਮੈਨੂੰ ਸਮਝ ਆ ਗਈ ਸੀ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ। ਸਮਾਜ ਵਿੱਚ ਜੋ ਕੁਝ ਵੀ ਹੁੰਦਾ ਹੈ ਉਹ ਸਾਰਾ ਵਰਤਾਰਾ ਵੀ ਔਰਤ ਕਰਕੇ ਹੀ ਚੱਲਦਾ ਹੈ। ਸਮਾਜ ਦੀਆਂ ਸਾਰੀਆਂ ਸ਼ਰਤਾਂ ਕੁੜੀਆਂ ਅਤੇ ਨੂੰਹਾਂ ਲਈ ਹੀ ਤਾਂ ਹਨ, ਅਤੇ ਇਹ ਗੱਲ ਮੇਰੇ ਜ਼ਹਿਨ ਵਿੱਚ ਘੁੰਮ ਹੀ ਰਹੀ ਸੀ। ਅਚਾਨਕ ਚਾਚੀ ਦੇ ਘਰੋਂ ਰੋਣ ਕਰਲਾਉਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਮੈਂ ਭੱਜ ਕੇ ਗਈ ਤਾਂ ਦੇਖਿਆ ਕਿ ਚਾਚੀ ਇੱਕ ਪਾਸੇ ਖੜੀ ਦੇਖ ਰਹੀ ਪਰਮ ਦਾ ਪਤੀ ਪਰਮ ਅਤੇ ਬੱਚਿਆਂ ਨੂੰ ਕੁੱਟ ਰਿਹਾ ਸੀ। ਪਰਮ ਦੇ ਸਰੀਰ ਤੇ ਗਹਿਰੇ ਜ਼ਖਮਾਂ ਦੇ ਨਿਸ਼ਾਨ ਸੀ। ਮੈਂ ਉਸ ਨੂੰ ਛੁਡਾ ਕੇ ਆਪਣੇ ਘਰ ਲੈ ਆਈ। ਪਰਮ ਨੇ ਆਪਣੇ ਭਰਾ ਨੂੰ ਫੋਨ ਕੀਤਾ ਅਤੇ ਸਾਰਾ ਹਾਲ ਬਿਆਨ ਕੀਤਾ। ਮੈਂ ਪਰਮ ਨੂੰ ਗਰਮ ਦੁੱਧ ਵਿੱਚ ਹਲਦੀ ਪਾ ਕੇ ਦਿੱਤੀ। ਸ਼ਾਮ ਨੂੰ ਪਰਮ ਦਾ ਭਰਾ ਆਇਆ ਤਾਂ ਪਰਮ ਦਾ ਹਾਲ ਦੇਖ ਕੇ ਬਹੁਤ ਦੁਖੀ ਹੋਇਆ। ਪਰਮ ਦਾ ਭਰਾ ਬੱਚਿਆਂ ਸਮੇਤ ਪਰਮ
ਆਪਣੇ ਨਾਲ ਲੈ ਗਿਆ। 2 ਕੁ ਮਹੀਨੇ ਪਰਮ ਉੱਥੇ ਰਹੀ। ਚਾਚੀ ਨੇ ਕਦੇ ਕੰਮ ਨਹੀਂ ਕੀਤਾ ਸੀ। ਪਰਮ ਦੇ ਜਾਣ ਤੇ ਕੰਮ ਕਰਕੇ ਔਖੀ ਹੋ ਗਈ। ਫਿਰ ਪੰਚਾਇਤ ਇਕੱਠਿਆਂ ਕਰਕੇ ਪਰਮ ਨੂੰ ਲੈ ਆਏ ਵੀ ਸਮਾਜ ਵਿੱਚ ਸਾਡਾ ਨੱਕ ਨਹੀਂ ਰਹਿੰਦਾ। ਮੈਂ ਪਰਮ ਨੂੰ ਕਿਹਾ, ਕਿਉਂ ਨਰਕ ਵਿੱਚ ਫਸ ਗਈ? ਇਹ ਤੇਰੀ ਭੋਰਾ ਕਦਰ ਨਹੀਂ ਕਰਦੇ। ਉਹਨਾਂ ਤੇਰਾ ਭਾਰ ਨਹੀਂ ਜਿੰਨੇ ਨੋਟ ਇਹਨਾਂ ਦੀ ਤਲੀ ਤੇ ਧਰਦੀ ਹੈ। ਪਰਮ, ਤੇਰੇ ਕੋਲ ਸਰਕਾਰੀ ਨੌਕਰੀ ਹੋਣ ਕਰਕੇ ਤੂੰ ਬੱਚੇ ਤਾਂ ਪਾਲ ਸਕਦੀ ਸੀ। ਇਸ ਤੋਂ ਅਲੱਗ ਹੋ ਕੇ ਪਰਮ ਨੇ ਅੱਖਾਂ ਭਰ ਮੈਨੂੰ ਕਿਹਾ, ਮੈਂ ਤਾਂ ਬੱਚੇ ਪਾਲ ਲਊਂ ਇਕੱਲੀ ਰਹਿ ਕੇ, ਪਰ ਇਹ ਭੈੜਾ ਸਮਾਜ ਨਹੀਂ ਪਾਲਣ ਦਿੰਦਾ। ਸਮਾਜ ਆਪਣਾ ਘਰ ਛੱਡ ਕੇ ਦੂਜੇ ਦੇ ਘਰਾਂ ਵਿੱਚ ਮੱਚਦੀ ਅੱਗ ਜ਼ਿਆਦਾ ਸੇਕਦਾ ਹੈ। 100 ਸਵਾਲ ਕਰਨਗੇ ਕਿ ਕਿਉਂ ਛੱਡਿਆ, ਇਸ ਨਸ਼ੇੜੀ ਦਾ ਕਸੂਰ ਕਿਸ ਨੇ ਦੇਖਣਾ ਹੈ? ਮੇਰੇ ਵਿੱਚ ਹੀ ਕਮੀਆਂ ਨਿਕਲਣਗੀਆਂ, ਕਿਉਂ ਔਰਤ ਹਾਂ ਨਾ ਮੈਂ। ਪਰਮ ਦੀਆਂ ਗੱਲਾਂ ਕੜਵੀਆਂ ਜ਼ਰੂਰ ਸੀ, ਪਰ ਸੱਚ ਸੀ ਕਿ ਔਰਤ ਨੂੰ ਗਲਤੀ ਨਾ ਹੋਣ ਤੇ ਵੀ ਸਜ਼ਾ ਭੁਗਤਣੀ ਪੈਂਦੀ ਹੈ। ਮਰਦ ਨੂੰ ਕੋਈ ਨਹੀਂ ਪੁੱਛਦਾ ਕਿ ਤੇਰੇ ਘਰ ਦੀ ਕਿਉਂ ਛੱਡ ਕੇ ਗਈ। ਪਰਮ ਫਿਰ ਪਹਿਲਾਂ ਵਰਗੀ ਨਰਕ ਭਰੀ ਜ਼ਿੰਦਗੀ ਵਿੱਚ ਵਾਪਸ ਆ ਗਈ ਸੀ। ਕੁਝ ਸਾਲ ਏਦਾਂ ਹੀ ਰੁੱਸਦੇ ਮਨਾਉਂਦੇ ਨਿਕਲ ਗਏ। ਫਿਰ ਪਰਮ ਦੀ ਭਤੀਜੀ ਦੀ ਮੰਗਣੀ ਦੀ ਰਸਮ ਸੀ। ਪਰਮ ਦਾ ਸਾਰਾ ਪਰਿਵਾਰ ਗਿਆ। ਰਾਤ ਨੂੰ ਪਰਮ ਦੇ ਪਤੀ ਨੇ ਜ਼ਿਆਦਾ ਹੀ ਸ਼ਰਾਬ ਪੀ ਲਈ, ਜਿਸ ਕਰਕੇ ਇਕੱਲਾ ਹੀ ਬੁੜਬੁੜ ਕਰੀ ਜਾ ਰਿਹਾ ਸੀ। ਜਦ ਪਰਮ ਦਾ ਪਤੀ ਫਿਰ ਸ਼ਰਾਬ ਪੀਣ ਲੱਗਾ ਤਾਂ ਪਰਮ ਦੇ ਜੀਜੇ ਨੇ ਹੱਸਦੇ ਕਹਿਤਾ, ਸੰਧੂ ਸਾਹਿਬ, ਪਹਿਲਾਂ ਹੀ ਜ਼ਿਆਦਾ ਪੀ ਲਈ ਤੁਸੀਂ, ਹੁਣ ਰੋਟੀ ਖਾ ਕੇ ਸੋ ਜਾਓ। ਬਸ ਇੰਨਾ ਕਹਿਣ ਦੀ ਦੇਰ ਸੀ ਕਿ ਸੰਧੂ ਸਾਹਿਬ ਨੇ ਤਾਂ ਦਿਖਾ ਦਿੱਤੇ ਜਵਾਈਆਂ ਵਾਲੇ ਰੰਗ ਢੰਗ। ਜਦ ਸਭ ਰਿਸ਼ਤੇਦਾਰ ਸਮਝਾਉਣ ਦੀ ਸੋਚੀ ਤਾਂ ਸੰਧੂ ਸਾਹਿਬ ਨੇ ਬਿਨਾਂ ਸੋਚੇ ਸਮਝੇ ਇੱਕ ਭਤੀਜੇ ਦੇ ਚਪੇੜ ਕੱਢ ਮਾਰੀ। ਫਿਰ ਅੱਧੀ ਰਾਤ ਹੀ ਪਰਮ ਨੂੰ ਕਹੇ, ਚੱਲ ਚੱਲੀਏ, ਪਰ ਭਰਾ ਪਰਮ ਦੀ ਬਾਹ ਫੜੀ ਖੜੇ ਕੇ ਨਹੀਂ ਜਾਣਾ। ਪਰਮ ਦੋਨੋਂ ਪਾਸਿਓਂ ਫਸੀ ਖੜੀ ਸੀ। ਜੇ ਪਤੀ ਨੂੰ ਛੱਡਦੀ ਤਾਂ ਘਰ ਟੁੱਟਦਾ ਸੀ, ਜੇ ਭਰਾਵਾਂ ਨੂੰ ਛੱਡਦੀ ਸੀ ਤਾਂ ਪੇਕੇ ਛੁੱਟਦੇ ਸੀ। ਪਰਮ ਰੋਂਦੀ ਹੋਈ ਦਿਸਦੀ ਕਿ ਭੈਣੇ, ਮੈਂ ਭਰਾਵਾਂ ਨੂੰ ਛੱਡ ਕੇ ਇਸ ਨਾਲ ਤੁਰੀ ਤਾਂ ਭਰਾਵਾਂ ਨੇ ਕਿਹਾ ਸੀ ਕਿ ਹੁਣ ਤੂੰ ਆਪਣੀ ਮਰਜ਼ੀ ਨਾਲ ਚੱਲੀ ਹੈ। ਸਾਡੇ ਲਈ ਤੂੰ ਮਰ ਗਈ, ਅਸੀਂ ਤੇਰੇ ਲਈ ਮਰ ਗਏ। ਕਿ ਅਸੀਂ ਤੈਨੂੰ ਰੋਟੀ ਨਹੀਂ ਦੇ ਸਕਦੇ ਜੋ ਤੂੰ ਇਸ ਨਾਲ ਜਾਣ ਦਾ ਫੈਸਲਾ ਲਿਆ ਹੈ? ਮੈਂ ਉਸ ਰਾਤ ਇੱਕ ਵਾਰ ਕਾਰ 'ਚ ਬੈਠ ਗਈ ਤੇ ਪਿੱਛੇ ਮੁੜ ਕੇ ਨਹੀਂ ਦੇਖਿਆ। ਰੋਂਦੀ ਕਦ ਪਿੰਡ ਪਹੁੰਚ ਗਈ ਪਤਾ ਹੀ ਨਹੀਂ ਲੱਗਿਆ। ਫਿਰ ਇਸ ਨੇ ਮੇਰੇ ਫੋਨ ਵਿੱਚੋਂ ਮੇਰੇ ਭਰਾ ਭਤੀਜਿਆਂ ਦੇ ਨੰਬਰ ਕੱਢ ਦਿੱਤੇ। ਮੇਰੇ ਫੋਨ ਤੇ ਹਰ ਸਮੇਂ ਠਿਕਰੀ ਪਹਿਰਾ ਲਗਾਈ ਰੱਖਦਾ ਹੈ ਕਿ ਮੈਂ ਭਰਾਵਾਂ ਨਾਲ ਗੱਲ ਨਾ ਕਰ ਸਕਾਂ। ਮੇਰਾ ਦਿਲ ਕਰਦਾ ਗੱਲ ਕਰਨ ਦਾ ਤਾਂ ਲੁੱਕ ਛਿਪ ਕੇ ਰੋ ਲੈਂਦੀ ਹਾਂ, ਪਰ ਕਦੀ ਫੋਨ ਨਹੀਂ ਕਰਦੀ। ਨੋਹਾਂ ਨਾਲੋਂ ਮਾਸ ਕਦ ਅਲੱਗ ਹੁੰਦਾ ਹੈ। ਗੁੱਸਾ ਠੰਡਾ ਹੁੰਦੇ ਭਰਾ ਹਰ ਰੋਜ਼ ਪਤਾ ਨਹੀਂ ਕਿੰਨੀ ਵਾਰ ਫੋਨ ਕਰਦੇ ਤੇ ਭਤੀਜੇ ਫੋਨ ਨਾਲ ਮੈਸੇਜ ਤੇ ਗੱਲ ਕਰਨ ਲਈ ਤਰਲੇ ਕੱਢਦੇ। ਮੈਂ ਫਿਰ ਇੱਕ ਦਿਨ ਸਕੂਲ ਨਾਲ ਦੇ ਅਧਿਆਪਕ ਦੇ ਫੋਨ ਤੋਂ ਭਰਾਵਾਂ ਨਾਲ ਗੱਲ ਕੀਤੀ ਤਾਂ ਕਮਲੇ ਬਹੁਤ ਰੋਏ ਕਿ ਭੈਣੇ, ਅਸੀਂ ਤਾਂ ਗੁੱਸੇ ਵਿੱਚ ਕਿਹਾ ਸੀ ਕਿ ਤੂੰ ਰੁਕ ਜਾਵੇਂ, ਅਸੀਂ ਤਾਂ ਤੇਰੇ ਗੁਨਾਹਗਾਰ ਹਾਂ। ਸਾਨੂੰ ਕੀ ਪਤਾ ਸੀ ਕਿ ਇਹ ਪਰਿਵਾਰ ਇਦਾਂ ਦਾ ਹੈ। ਜੇ ਇਸ ਪਰਿਵਾਰ ਬਾਰੇ ਪਤਾ ਹੁੰਦਾ ਤਾਂ ਅਸੀਂ ਤੇਰਾ ਰਿਸ਼ਤਾ ਕਦੇ ਨਾ ਕਰਦੇ ਇਸ ਘਰ। ਪਰਮ ਨੇ ਜਦ ਵੀ ਸਕੂਲ 'ਚ ਸਮਾਂ ਮਿਲਦਾ ਤਾਂ ਪੇਕਿਆਂ ਨਾਲ ਗੱਲ ਕਰ ਲੈਂਦੀ। 5 ਕੁ ਮਹੀਨੇ ਬੀਤ ਗਏ। ਪਰਮ ਦੀ ਭਤੀਜੀ ਦਾ ਵਿਆਹ ਪੱਕਾ ਹੋ ਗਿਆ। ਪਰਮ ਤੇ ਉਸਦੇ ਭਰਾਵਾਂ ਦੇ ਮਨ 'ਚ ਡਰ ਸੀ ਕਿ ਪਤਾ ਨਹੀਂ ਹੁਣ ਸੰਧੂ ਜਾਣ ਦਿਓ ਵਿਆਹ 'ਚ ਜਾਂ ਨਹੀਂ। ਪਰਮ ਦਾ ਭਰਾ ਅਤੇ ਭਤੀਜੇ ਵਿਆਹ ਦਾ ਕਾਰਡ ਅਤੇ ਮਿਠਾਈਆਂ ਦੇ ਕੇ ਜਾਂਦੇ। ਜਾਣ ਸਮੇਂ ਪਰਮ ਦੇ ਭਰਾ ਨੇ ਸਾਰੇ ਪਰਿਵਾਰ ਨੂੰ ਆਉਣ ਦਾ ਕਿਹਾ। ਦਿਨ ਗੁਜ਼ਰਦੇ ਗਏ। ਪਰਮ ਫਿਰ ਰੋਂਦੀ ਕਹਿੰਦੀ ਕਿ ਮਾਈਆਂ ਵਾਲਾ ਦਿਨ ਤੋਂ ਸਾਰੇ ਫੋਨ ਕਰੀ ਜਾਣ ਕਿ ਭੂਆ ਜੀ ਆ ਜਾਓ, ਪਰ ਇੱਧਰ ਜਾਣ ਨੂੰ ਕਿਹਾ ਤਾਂ ਮਾਂ ਪੁੱਤ ਦੋਨੋਂ ਚੁੱਪ ਹੀ ਵੱਟ ਗਏ, ਕੁਝ ਨਹੀਂ ਬੋਲੇ। ਭਰਾ ਅਲੱਗ ਤੋਂ ਫੋਨ ਕਰੀ ਜਾਣ ਅਤੇ ਭਤੀਜੇ ਅਲੱਗ ਤੋਂ। ਮੇਰਾ ਮਨ ਭਰ ਜਾਵੇ। ਮੈਂ ਰੋਂਦੀ ਹੋਈ ਨੇ ਫੋਨ ਨੂੰ ਬੰਦ ਕਰ ਦਿੱਤਾ। ਚਲੋ ਮਾਈਆਂ ਵਾਲਾ ਦਿਨ ਅਤੇ ਉਸ ਤੋਂ ਅਗਲਾ ਜਾਗੋ ਵਾਲਾ ਦਿਨ ਉਹਨਾਂ ਦਾ ਉਡੀਕਦਿਆਂ ਨਿਕਲ ਗਿਆ। ਫਿਰ ਵੀ ਉਹਨਾਂ ਨੂੰ ਆਸ ਸੀ ਕਿ ਚੱਲ ਗੁੱਸੇ ਹੈ ਤਾਂ ਵਿਆਹ ਵਾਲੇ ਦਿਨ ਜ਼ਰੂਰ ਆਉਣਗੇ। ਪਰ ਜਦ ਵਿਆਹ ਵਾਲੇ ਦਿਨ ਵੀ ਮੈਂ ਫੋਨ ਤੱਕ ਵੀ ਰਿਸੀਵ ਨਾ ਕੀਤਾ ਤਾਂ ਭਰਾਵਾਂ ਦਾ ਮਨ ਨਹੀਂ ਮੰਨਿਆ। ਭਰਾ ਭਰਜਾਈ ਆਪਣੇ ਨਾਲ 2-4 ਘਰਾਂ ਦੇ ਸਿਆਣੇ ਲੈ ਕੇ ਮੈਨੂੰ ਲੈਣ
ਇੱਥੇ ਆ ਗਏ ਤੇ ਉਧਰ ਬਰਾਤ ਆ ਗਈ। ਸਾਰੇ ਭਰਾ ਨੂੰ ਮਿਲਣੀ ਕਰਨ ਲਈ ਉਡੀਕਣ ਅਤੇ ਉਹ ਵਿਚਾਰਾ ਮੇਰੇ ਘਰ ਵਾਲੇ ਅੱਗੇ ਹੱਥ ਜੋੜੀ ਬੈਠਾ ਸੀ। ਪਰਮ ਤੋਂ ਗੱਲ ਵੀ ਨਹੀਂ ਹੋ ਰਹੀ ਸੀ। ਕੁਝ ਸਮਾਂ ਰੁਕ ਕੇ ਪਰਮ ਬੋਲਦੀ ਹੈ। ਮੈਂ ਭਰਾ ਨੂੰ ਕਿਹਾ ਕਿ ਵੀਰ ਜੀ ਚੱਲ ਜਾਓ ਤੁਸੀਂ ਅਤੇ ਸਾਰੇ ਰਸਮ ਰਿਵਾਜ ਕਰੋ, ਨਵੀਂ ਰਿਸ਼ਤੇਦਾਰੀ ਜੁੜੀ ਹੈ, ਉਹ ਕੀ ਸੋਚਣਗੇ। ਮੈਂ ਉਸ ਦਿਨ ਵੀ ਨਵੀਂ ਰਿਸ਼ਤੇਦਾਰੀ ਦੇ ਮੂੰਹ ਨੂੰ ਇਹਨਾਂ ਨਾਲ ਆ ਗਈ ਸੀ। ਜਦ ਉਹਨਾਂ ਨੂੰ ਪਤਾ ਲੱਗੂ ਕਿ ਕੀ ਸੋਚਣਗੇ ਉਹ। ਭਰਾ ਬੋਲਿਆ, ਚੁੱਪ ਕਰ ਭੈਣ, ਮੈਂ ਲੈਣ ਆਇਆ ਹੈ ਤੈਨੂੰ, ਬਸ ਕੱਪੜੇ ਪਾ ਤੇ ਚੱਲ ਮੇਰੇ ਨਾਲ। ਫਿਰ ਇਹ ਵੀ ਤਿਆਰ ਹੋ ਗਏ ਨਾਲ। ਅਸੀਂ 2 ਕੁ ਵਜੇ ਪਹੁੰਚੇ ਵਿਆਹ ਵਿੱਚ। ਪਰਮ ਕਹਿੰਦੀ ਆ ਮਾਂ ਬੈਠੀ ਦਰਵਾਜ਼ੇ ਵੱਲ ਹੀ ਦੇਖੀ ਜਾ ਰਹੀ ਸੀ। ਮੈਨੂੰ ਦੇਖ ਮਨ ਭਰ ਆਈ, ਪਰ ਵਿਆਹ ਦੇ ਸ਼ਗਨਾਂ ਵਿੱਚ ਮੈਂ ਰੋਕ ਕੇ ਸਭ ਨੂੰ ਗੱਲਾਂ ਕਰਨ ਦਾ ਮੌਕਾ ਨਹੀਂ ਦੇਣਾ ਚਾਹੁੰਦੀ ਸੀ। ਚੱਲ ਮੇਰੇ ਜਾਣ ਤੇ ਸਭ ਦੇ ਮਾਸੂਮ ਚਿਹਰਿਆਂ ਉੱਤੇ ਥੋੜੀ ਰੌਣਕ ਆ ਗਈ ਸੀ। ਫਿਰ ਹੁਣ ਸਾਲ ਹੋ ਗਿਆ, ਇਹਨਾਂ ਕਦੀ ਮੈਨੂੰ ਪੇਕਿਆਂ ਨਾਲ ਵਰਤਨ ਨਹੀਂ ਦਿੱਤਾ। ਮੈਂ ਕਿਹਾ ਪਰਮ ਤੂੰ ਨਨਾਨਾ ਨੂੰ ਦੱਸਣਾ ਸੀ, ਉਹ ਵੀ ਸਮਝਾ ਸਕਦੀਆਂ ਸੀ ਆਪਣੇ ਭਰਾ ਨੂੰ। ਉਹ ਵੀ ਕਹਿ ਸਕਦੀਆਂ ਸੀ ਕਿ ਭਾਬੀ ਤੂੰ ਵਿਆਹ ਤੇ ਜਾ, ਇਸ ਪਿੱਛੇ ਕਿਉਂ ਪੇਕੇ ਛੱਡਦੀ ਹੈ, ਅਸੀਂ ਨਾਲ ਹਾਂ ਤੇਰੇ। ਪਰਮ ਨੇ ਦੱਸਿਆ ਕਿ ਉਹਨੇ ਬਹੁਤ ਫੋਨ ਕੀਤੇ ਸੀ, ਪਰ ਕਹਿੰਦੀਆਂ ਜੇ ਮੰਨਦਾ ਹੈ ਤਾਂ ਚਲੀ ਜਾ। ਮੈਂ ਸੱਸ ਨੂੰ ਵੀ ਕਿਹਾ ਸੀ ਕਿ ਕੱਲ ਨੂੰ ਮੈਂ ਨਨਾਣ ਦੇ ਬੱਚਿਆਂ ਦੇ ਵਿਆਹ ਨਾ ਗਈ ਤਾਂ ਤੁਹਾਨੂੰ ਸਭ ਨੂੰ ਗੁੱਸਾ ਆਉਣਾ ਹੈ। ਅੱਗੋਂ ਸੱਸ ਨੇ ਇੱਕ ਵਾਰੀ ਵੀ ਆਪਣੇ ਪੁੱਤ ਨੂੰ ਨਹੀਂ ਕਿਹਾ ਕਿ ਤੈਨੂੰ ਜਾਣਾ ਚਾਹੀਦਾ ਹੈ। ਮੈਨੂੰ ਹੀ ਕਹੀ ਗਏ ਕਿ ਪਤੀ ਦੀ ਮਰਜ਼ੀ ਬਿਨਾਂ ਘਰੋਂ ਕਦਮ ਨਹੀਂ ਪੁੱਟੀਦਾ। ਪਰਮ ਦੀਆਂ ਗੱਲਾਂ ਸੁਣ ਮੈਨੂੰ ਲੱਗਾ ਕਿ ਸਿਆਣਿਆਂ ਸੱਚ ਹੀ ਕਿਹਾ ਹੈ, ਨਾਨਕ ਦੁਖੀਆ ਸਭ ਸੰਸਾਰ। ਮੈਂ ਤਾਂ ਸਮਝਦੀ ਸੀ ਕਿ ਮੈਂ ਹੀ ਦੁਖੀ ਹਾਂ। ਮੇਰੇ ਘਰ ਵਾਲਾ ਵੀ ਆਪਣੀ ਰਿਸ਼ਤੇਦਾਰੀ ਵਿੱਚ ਜਾਣ ਲੱਗੇ ਮਿੰਟ 'ਚ ਤਿਆਰ ਹੋ ਜਾਂਦਾ ਹੈ। ਜਦ ਮੇਰੇ ਪੇਕਿਆਂ ਵੱਲ ਜਾਣਾ ਹੋਵੇ ਬਹਾਨੇ ਬਣਾ ਕੇ ਲੈ ਕੇ ਕੋਈ ਨਹੀਂ ਜਾਂਦਾ। ਮੈਂ ਪਰਮ ਨੂੰ ਕਿਹਾ ਕਿ ਪਰਮ ਕੀ ਜ਼ਿੰਦਗੀ ਹੈ ਔਰਤ ਦੀ। ਪਰਮ ਬੜੇ ਠਰਮੇ ਨਾਲ ਕਹਿੰਦੀ ਕਿ ਔਰਤ ਚੱਕੀ ਦੇ 2 ਪੁੜਾਂ ਵਿੱਚ ਪਿਸਦੀ ਰਹਿੰਦੀ ਹੈ, ਇੱਕ ਪੁੜ ਮਰਦ ਅਤੇ ਦੂਜਾ ਪੁੜ ਸਮਾਜ। ਜੇ ਮਰਦ ਨੂੰ ਔਰਤ ਛੱਡੇ ਜਾਂ ਔਰਤ ਨੂੰ ਮਰਦ ਛੱਡੇ, ਦੋਵੇਂ ਪਾਸੇ ਸਮਾਜ ਦੀ ਨਿਗਾਹ ਵਿੱਚ ਔਰਤ ਹੀ ਕਸੂਰਵਾਰ ਹੁੰਦੀ ਹੈ। ਸਾਨੂੰ ਆਜ਼ਾਦੀ ਮਿਲੇ ਬੇਸ਼ੱਕ ਬਹੁਤ ਸਾਲ ਗੁਜ਼ਰ ਗਏ, ਪਰ ਔਰਤ ਅੱਜ ਵੀ ਗੁਲਾਮ ਹੀ ਹੈ। ਕਮਾਈ ਤਾਂ ਔਰਤ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕਰਦੀ ਹੈ, ਪਰ ਕੁਝ ਲੋਕਾਂ ਦੀ ਸੋਚ ਬਦਲਣ ਦੀ ਅਜੇ ਵੀ ਬਹੁਤ ਲੋੜ ਹੈ। ਉਹ ਸੋਚ ਉਦੋਂ ਤੱਕ ਨਹੀਂ ਬਦਲੇਗੀ ਜਦ ਤੱਕ ਔਰਤ ਇੱਕ ਦੂਜੇ ਦੇ ਦਰਦ ਨੂੰ ਮਹਿਸੂਸ ਨਹੀਂ ਕਰੂਗੀ। ਔਰਤ ਅਤੇ ਸਮਾਜ ਇੱਕ ਸਿੱਕੇ ਦੇ 2 ਪਾਸੇ ਹਨ, ਜਿਨ੍ਹਾਂ ਦਾ ਇੱਕ ਦੂਜੇ ਬਿਨਾਂ ਚੱਲਣਾ ਸੰਭਵ ਨਹੀਂ, ਨਾਮੁਮਕਿਨ ਹੈ। ਮੈਨੂੰ ਪਰਮ ਦੀ ਗੱਲ ਬਹੁਤ ਸਹੀ ਲੱਗੀ ਕਿ ਜੇ ਔਰਤ ਹੀ ਦੂਜੀ ਔਰਤ ਲਈ ਸੋਚ ਬਦਲ ਲਵੇ ਤਾਂ ਸਮਾਜ ਨੂੰ ਵੀ ਬਦਲਿਆ ਜਾ ਸਕਦਾ ਹੈ। ਪਰਮ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਕੇ ਮੈਂ ਆਪਣੇ ਘਰ ਆ ਕੰਮ ਕਰਨ ਲੱਗੀ। ਮੇਰੇ ਮਨ ਵਿੱਚ ਪਰਮ ਦੀਆਂ ਗੱਲਾਂ ਚਲਦੀਆਂ ਪਈਆਂ ਸੀ ਤੇ ਮੈਂ ਸੋਚ ਰਹੀ ਸੀ ਕਿ ਔਰਤ ਕਿੰਨੀ ਮਹਾਨ ਹੈ, ਜੋ ਆਪਣਿਆਂ ਦੀ ਖੁਸ਼ੀ ਲਈ ਬੇਟੀ, ਭੈਣ, ਪਤਨੀ ਅਤੇ ਮਾਂ ਦੇ ਰੂਪ ਵਿੱਚ ਸਦਾ ਤਿਆਗ ਹੀ ਕਰਦੀ ਆਉਂਦੀ ਹੈ। ਪਰ ਕਦੇ ਵੀ ਔਰਤ ਦੇ ਤਿਆਗ ਦੀ ਕਦਰ ਨਹੀਂ ਹੁੰਦੀ। ਸਮਾਜ ਦੀ ਨਜ਼ਰ ਵਿੱਚ ਔਰਤ ਨੂੰ ਕਦੇ ਵੀ ਉਹ ਮਾਨ ਸਨਮਾਨ ਨਹੀਂ ਮਿਲਦਾ ਜਿਸ ਦੀ ਉਹ ਹੱਕਦਾਰ ਹੈ। ਧੰਨਵਾਦ।